नौजवान किसानों की ओर से कृषि सुधार कानून के विरोध में रिलायंस पंप सुजानपुर में दिया धरना। नौजवान किसानों की ओर से आज सुजानपुर में रिलायंस के पेट्रोल पंप के बाहर कृषि सुधार कानून के विरोध में रेश धरना दिया गया। इस मौके पर किसानों की ओर से देश की केंद्र सरकार के खिलाफ जोरदार नारेबाजी की गई तथा काले झंडे लहराकर प्रदर्शन किया गया। इस मौके देश के नरेंद्र मोदी की केंद्र सरकार की ओर से जो किसान विरोधी कानून पास किए गए हैं वह उनका पुरजोर विरोध करते हैं। उन्होंने कहा कि इन कानूनों से देश का किसान पूरी तरह से बर्बाद हो जाएगा। उन्होंने कहा कि इस साजिश के तहत ये कानून बनाए गए हैं जिसका खामियाजा इस सरकार को भुगतना पड़ेगा। उन्होंने कहा कि इसके विरोध में उनका ये संघर्ष है लगातार चलता रहेगा। उक्त कानूनों के पास हो जाने से मंडीकरण तबाह हो जाएगा, प्राइवेट कंपनियों का एकाधिकार हो जाएगा, किसानों को उनकी फसल का सही मूल्य नहीं मिलेगा। उन्होंने कहा कि देश का किसान पहले ही काफी आर्थिक बदहाली का सामना कर रहा है। ऐसे में उक्त कानून पास होने से किसान पूरी तरह से तबाह हो जाएगा। उन्होंने कहा कि जब तक उक्त काला कानून रद्द नहीं होता तब तक उनका धरना प्रदर्शन चलता रहेगा। इससे मौके पर मलकीत सिंह, सुबेग सिंह, एडवोकेट जितेंद्र सिंह, राजा केवल सिंह कंग मौजूद थे। एकता जिंदाबाद। किसान मजदूर एकता जिंदाबाद। किसान मजदूर एकता जिंदाबाद। सरकार मोदी सरकार लोटू सरकार हाँ जी, वाहिगुरू जी का खालसा वाहिगुरू जी की फतेह। ਅੱਜ ਅਸੀਂ ਸਾਰੇ ਹੀ ਨੌਜਵਾਨ ਵੀਰ ਗੁਰਦਾਸਪੁਰ ਤੋਂ ਇੱਥੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਸੁਜਾਨਪੁਰ ਇਕੱਠੇ ਹੋਏ ਹਾਂ। ਸਾਡਾ ਇਹ ਜਿਹੜਾ ਪ੍ਰੋਟੈਸਟ ਸੀਗਾ ਜੋ ਪਿੱਛੇ ਅਸੀਂ 28 ਤਰੀਕ ਤੋਂ ਸ਼ੁਰੂ ਕੀਤਾ ਹੋਇਆ, ਜਿਹਦੇ ਤਹਿਤ ਅਸੀਂ ਇੱਕ ਆਪਣਾ ਰਮਨ ਭੱਲਾ ਦਾ ਰਿਲਾਇੰਸ ਪੰਪ ਤੇ ਇੱਕ ਟੋਲ ਪਲਾਜ਼ਾ 6 ਤਰੀਕ ਤੋਂ ਅਸੀਂ ਬੰਦ ਕੀਤਾ ਹੋਇਆ ਸੀਗਾ, ਲੜਪਾਲਵਾ ਟੋਲ ਪਲਾਜ਼ਾ। ਅੱਜ ਇਹ ਸੰਘਰਸ਼ ਜਿਹੜਾ ਅਗਲੇ ਪੜਾਅ ਦੇ ਵਿੱਚ ਚਲਾ ਗਿਆ। ਇਹਦੇ ਤਹਿਤ ਅੱਜ ਅਸੀਂ ਪਹਿਲਾਂ ਮੀਰਥਲ ਵਾਲਾ ਟੋਲ ਪਲਾਜ਼ਾ ਬੰਦ ਕਰਵਾ ਕੇ ਆਏ ਹਾਂ, ਫਿਰ ਆ ਕੇ ਇਹ ਜਿਹੜਾ ਰਿਲਾਇੰਸ ਪੰਪ ਆ, ਬੜੇ ਦਿਨਾਂ ਤੋਂ ਇਸ ਦੀ ਡਿਮਾਂਡ ਆ ਰਹੀ ਸੀਗੀ ਸਾਰੇ ਹੀ ਇਲਾਕੇ ਨਿਵਾਸੀਆਂ ਵੱਲੋਂ ਕਿ ਇਹ ਪੰਪ ਜ਼ਰੂਰ ਬੰਦ ਹੋਣਾ ਚਾਹੀਦਾ, ਕਿਉਂਕਿ ਸਾਡਾ ਜਿਹੜਾ ਪ੍ਰੋਟੈਸਟ ਆ ਇਹ ਸੈਂਟਰ ਦੇ ਨਾਲ ਸੈਂਟਰ ਦੇ ਜਿਹੜੇ ਸਪਾਂਸਰਰ ਆ, ਜਿਹੜੇ ਸੈਂਟਰ ਦੇ ਇਹ ਜੀ ਸਰਕਾਰ ਨੂੰ ਹੋਂਦ ਵਿੱਚ ਲੈ ਕੇ ਆਏ ਆ, ਉਹਨਾਂ ਦੇ ਨਾਲ ਉਹਨਾਂ ਦੇ ਖਿਲਾਫ ਪ੍ਰੋਟੈਸਟ ਆ। ਉਹਦੇ ਤਹਿਤ ਹੀ ਅਸੀਂ ਰਿਲਾਇੰਸ ਪੰਪਾਂ ਦਾ, ਰਿਲਾਇੰਸ ਦੇ ਮਾਲਾਂ ਦਾ ਘਿਰਾਓ ਕਰ ਰਹੇ ਹਾਂ। ਤੇ ਇਹ ਜਿਹੜਾ ਪੰਪ ਆ ਸਪੈਸੀਫਿਕਲੀ ਸੁਜਾਨਪੁਰ ਵਾਲਾ, ਇਹ ਕੰਪਨੀ ਦਾ ਆਪਣਾ ਓਨਡ ਆ, ਇਹ ਕਿਸੇ ਦੀ ਫਰੈਂਚਾਈਜ਼ੀ ਨਹੀਂ ਹੈਗੀ, ਤੇ ਤਾਂ ਕਰਕੇ ਇਸ ਨੂੰ ਬੰਦ ਕਰਵਾਉਣ ਦੀ ਪੂਰੇ ਇਲਾਕੇ ਵੱਲੋਂ ਬੜੇ ਦਿਨਾਂ ਤੋਂ ਅਪੀਲ ਆ ਰਹੀ ਸੀਗੀ। ਤੋ ਅੱਜ ਇਹ ਪੰਪ ਅੱਜ ਤੋਂ ਬੰਦ ਹੋ ਗਿਆ। ਇਹ ਨਿਰੰਤਰ ਬਾਕੀ ਮੋਰਚਿਆਂ ਦੇ ਵਾਂਗੂ ਇੱਥੇ ਵੀ ਮੋਰਚਾ ਲੱਗਾ ਹੀ ਰਹੂਗਾ ਤੇ ਇਹ ਪੰਪ ਵੀ ਨਿਰੰਤਰ ਬੰਦ ਹੀ ਰਹੂਗਾ। ਇਹ ਸਾਰਾ ਸਾਡਾ ਪ੍ਰੋਟੈਸਟ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਦੇ ਅਗੇਂਸਟ ਹੈਗਾ, ਜਿਹਦੇ 'ਚ ਉਹ ਕਿਸਾਨਾਂ ਦਾ, ਪੰਜਾਬ ਦੀ ਕਿਸਾਨੀ ਦਾ ਘਾਣ ਕਰਨਾ ਚਾਹੁੰਦੇ ਆ। ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਅਸੀਂ ਪੰਜਾਬੀ ਆ। ਪੰਜਾਬੀ ਅਸੀਂ ਕਾਹਦੇ ਨਾਲ ਆ? ਪੰਜਾਬੀ ਜਾਂ ਤਾਂ ਆਪਣੇ ਖੇਤਾਂ ਨਾਲ ਆ ਤੇ ਜਾਂ ਆਪਣੀ ਪੰਜਾਬੀ ਬੋਲੀ ਨਾਲ ਆ। ਬੋਲੀ ਨਾਲ ਜੋ ਇਹ ਕਰ ਰਹੇ ਆ ਉਹ ਅਸੀਂ ਪਹਿਲਾਂ ਹੀ ਵੇਖ ਲਿਆ। JNK ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਦੂਜੀ ਤੇ ਤੀਜੀ ਭਾਸ਼ਾ ਦਾ ਦਰਜਾ ਜੋ ਸਾਡੀ ਬੋਲੀ ਪੰਜਾਬੀ ਤੋਂ ਖੋਇਆ ਗਿਆ ਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਜੋ ਬਿੱਲ ਲੈ ਕੇ ਆਏ ਆ, ਇਹ ਕਿਸਾਨੀ ਦਾ ਜੋ ਹਾਲ ਕਰ ਦੇਣਗੇ, ਇਹ ਕਿਸੇ ਤੋਂ ਹੁਣ ਲੁਕਿਆ ਨਹੀਂ ਹੈਗਾ। ਇਹਦੇ ਵਿੱਚ ਬੜੇ ਸਾਰੇ ਹਿਡਨ ਕਲੌਜ਼ਸ ਨੇ। ਜੇ ਬਿੱਲ ਨੂੰ ਇਹਨਾਂ ਸਿੱਧੇ ਵੀ ਪੜ੍ਹ ਲਵੇ ਬੰਦਾ ਤੇ ਫੇਰ ਹੀ ਸਰਕਾਰ ਦੀਆਂ ਨੀਤੀਆਂ ਦਾ ਪਤਾ ਲੱਗ ਜਾਂਦਾ, ਤੇ ਜੇ ਥੋੜਾ ਬਰੀਕੀ ਦੇ ਨਾਲ ਇਸ ਦੀ ਜਾਂਚ ਕੀਤੀ ਜਾਵੇ ਤੇ ਇਹਦੇ 'ਚ ਸਾਫ਼ ਵੇਖਣ ਨੂੰ ਮਿਲਦਾ ਕਿ ਜਿਹੜੀ MSP ਦੀ ਗੱਲ ਆ ਉਹ ਹੈ ਹੀ ਨਹੀਂ। ਜੇ ਡਿਮਾਂਡ ਕਰਦੀਆਂ ਨੇ ਕਿਸਾਨ ਜਥੇਬੰਦੀਆਂ ਤੇ ਉਹ ਕਹਿੰਦੇ ਆ ਕਿ ਤੁਹਾਨੂੰ MSP ਦਿੱਤੀ ਜਾਊਗੀ, ਪਰ ਉਹ ਇੱਕ ਵਰਬਲ ਪ੍ਰੋਮਿਸ ਆ। ਸਰਕਾਰ ਆਪਣੇ ਮੈਨੀਫੈਸਟੋ 'ਚ ਲਿਖ ਕੇ ਦਿੱਤੇ ਹੋਏ ਵਾਅਦੇ ਕਦੀ ਪੂਰੇ ਨਹੀਂ ਕਰ ਪਾਈ, ਤੇ ਅਸੀਂ ਵਰਬਲ ਪ੍ਰੋਮਿਸ ਕਿਸਾਨ ਕਿੱਦਾਂ ਮੰਨ ਲੈਣ? ਤੇ ਫਿਰ ਇਹ ਘਾਣ ਕਰ ਰਹੇ ਆ ਸਾਡੇ ਮੰਡੀਕਰਨ ਸਿਸਟਮ ਦਾ। ਭਾਰਤ ਦੇ ਵਿੱਚ 2 ਹੀ ਪ੍ਰਾਂਤ ਐਸੇ ਨੇ ਜਿਨ੍ਹਾਂ ਕੋਲ ਐਡਾ ਵਿਕਸਿਤ ਹੋਇਆ ਮੰਡੀਕਰਨ ਸਿਸਟਮ ਆ, ਪੰਜਾਬ ਤੇ ਹਰਿਆਣਾ। ਜੇ ਇਹ ਬਿੱਲ ਜਾਂ ਇਹਨਾਂ ਦੇ ਕਾਨੂੰਨ ਇੰਨੇ ਹੀ ਚੰਗੇ ਨੇ ਤੇ ਫਿਰ UP ਦੇ ਵਿੱਚੋਂ ਪਹਿਲਾਂ ਤੋਂ ਕਿਸਾਨ ਕਿਉਂ ਆਪਣੀ ਫਸਲ ਵੇਚਣ ਹਰਿਆਣੇ ਵਿੱਚ ਆਉਂਦਾ ਵਾ? ਇਹ ਗੱਲ ਦਾ ਸਰਕਾਰ ਜਵਾਬ ਦੇਵੇ। ਤੇ ਫਿਰ ਉਸ ਤੋਂ ਬਾਅਦ ਕੁਝ ਹੋਰ ਨੀਤੀਆਂ ਸਰਕਾਰ ਦੀਆਂ ਚਾਲਬਾਜ਼ੀਆਂ ਸਾਹਮਣੇ ਆਈਆਂ ਨੇ ਕਿ ਜੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇ ਰਹੇ ਹਾਂ ਗੱਲਬਾਤ ਦਾ, ਉਹ ਸੱਦਾ ਮਹਿਜ ਇੱਕ ਡਰਾਮੇਬਾਜ਼ੀ ਆ। ਉਹਦੇ ਵਿੱਚ ਸਰਕਾਰ ਦੇ ਕੋਈ ਨੁਮਾਇੰਦੇ ਜਿਨ੍ਹਾਂ ਦੇ ਹੱਥ ਪਾਵਰ ਹੋਏ ਉਹ ਆ ਕੇ ਬੈਠਦੇ ਨਹੀਂ ਆ। ਉਹ ਸਿਰਫ ਆਪਣੇ ਅੱਗੇ ਤਨਖਾਹੀਏ ਭੇਜ ਕੇ ਤੇ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬਿੱਲ ਦੇ ਫਾਇਦੇ ਕੀ ਨੇ। ਇਹ ਕਿਸਾਨ ਉਹ ਅਨਪੜ੍ਹ ਨਹੀਂ ਹੈਗਾ। ਅੱਜ ਕਿਸਾਨ ਦਾ ਬੱਚਾ ਜੋ ਪੜ੍ਹਿਆ ਲਿਖਿਆ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਉਹ ਡਟਿਆ ਹੋਇਆ ਆਪਣੇ ਪਿਓ ਦਾਦਿਆਂ ਨਾਲ ਇਹਨਾਂ ਮੋਰਚਿਆਂ ਤੇ। ਟੌਪ ਦੀਆਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਡੇ ਬੱਚੇ ਨੇ
ਟੌਪ ਦੀਆਂ ਡਿਗਰੀਜ਼ ਉਹਨਾਂ ਨੇ ਕੀਤੀਆਂ ਹੋਈਆਂ ਨੇ, ਤੇ ਇਹ ਸਾਨੂੰ ਉੱਥੇ ਬਹਿ ਕੇ ਇਹਨਾਂ ਦੇ ਅਨਪੜ੍ਹ ਮੰਤਰੀ ਸਮਝਾਉਣਗੇ ਕਿ ਬਿੱਲ ਸਾਡੇ ਲਈ ਫਾਇਦੇਮੰਦ ਆ ਕਿ ਨੁਕਸਾਨਦੇਹ ਆ। ਇਹ ਸਰਕਾਰ ਦੀਆਂ ਸਿਰਫ ਚਾਲਬਾਜ਼ੀਆਂ ਨੇ ਜੋ ਇਹ ਭਰਮਾਉਣਾ ਚਾਹੁੰਦੇ ਨੇ। ਤੇ ਦੂਸਰੀ ਗੱਲ ਇੱਕ ਹੋਰ ਆ ਕਿ ਸਾਡੇ ਵੀਰ ਇਸ ਆਪਣੇ ਭਾਰਤ ਦੇ ਵਿੱਚ ਨਾ ਤਾਂ ਜੀ ਇਕੱਲਾ ਸਿੱਖ ਕਿਸਾਨ ਆ ਤੇ ਨਾ ਹੀ ਇਕੱਲਾ ਜੱਟ ਕਿਸਾਨ ਆ, ਹਰ ਵਰਗ ਦੇ ਵਿੱਚੋਂ ਹਰ ਧਰਮ ਦੇ ਵਿੱਚੋਂ ਕਿਸਾਨ ਹੈਗੇ ਆ। ਤੇ ਇਹ ਕੋਸ਼ਿਸ਼ ਕੀ ਕਰਦੇ ਆ ਕਿ ਜਿਨ੍ਹਾਂ ਦੇ ਹੱਕਾਂ ਲਈ ਇਹ ਅਸੀਂ ਸਾਰੇ ਇੱਥੇ ਆ ਕੇ ਬੈਠੇ ਹੋਏ ਆ ਉਹਨਾਂ ਨੂੰ ਹੀ ਸਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਟਕਰਾਅ ਉਹਨਾਂ ਦੇ ਨਾਲ ਹੋ ਜਾਵੇ, ਜਿੱਦਾਂ ਇਹ ਬੀਜੇਪੀ ਦੀਆਂ ਰੈਲੀਆਂ ਥਰੂ ਜਾਂ ਜੋ ਵੀ ਕੋਸ਼ਿਸ਼ ਕਰਦੇ ਆ। ਜੇ ਬੀਜੇਪੀ ਦੀ ਰੈਲੀ ਕਰਦੇ ਆ ਤਾਂ ਰੈਲੀ ਕਰਨ ਕੌਣ ਆਉਂਦਾ ਵਾ? ਉੱਥੇ ਵੀ ਵਰਗਲਾ ਕੇ ਕਈ ਕਿਸਾਨ ਭਰਾਵਾਂ ਨੂੰ ਲਿਆਂਦਾ ਜਾਂਦਾ, ਕਾਹਦੇ ਨਾਲ? ਸਿਰਫ ਇੱਕ ਹਿੰਦੂਤਵ ਦਾ ਨਾਰਾ ਦੇ ਕੇ। ਵੀਰੋ, ਸਾਡਾ ਇਹ ਮੋਰਚਾ ਜਿਹੜਾ ਆ ਇਹ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਇਹ ਪੰਜਾਬ ਦੀ ਕਿਸਾਨੀ ਬਚਾਉਣ ਲਈ ਆ। ਕਿਸਾਨੀ ਸਾਡੀ ਵੀ ਓਨੀ ਆ, ਜ਼ਮੀਨਾਂ ਸਾਡੀਆਂ ਵੀ ਓਨੀਆਂ ਹੀ ਨੇ ਜਿੰਨੀਆਂ ਤੁਹਾਡੀਆਂ ਨੇ। ਇਹ ਤੁਹਾਨੂੰ ਹੀ ਸਾਡੇ ਸਾਹਮਣੇ ਕਰਕੇ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜੋ ਸਰਕਾਰਾਂ ਦੀ ਹਮੇਸ਼ਾ ਤੋਂ ਨੀਤੀ ਰਹੀ ਆ ਡਿਵਾਈਡ ਐਂਡ ਰੂਲ ਦੀ, ਕਿ ਆਪਸ 'ਚ ਹੀ ਭਿੜ ਕੇ ਤੇ ਠੰਡੇ ਹੋ ਕੇ ਬਹਿ ਜਾਣ, ਸਰਕਾਰ ਤੱਕ ਪਹੁੰਚਿਆ ਹੀ ਨਾ ਜਾਵੇ। ਅਸੀਂ ਆਪਣੀ ਇਹ ਜਿਹੜਾ ਸਮੂਹ ਸਾਡਾ ਹੈਗਾ ਸੰਘਰਸ਼, ਇਹਨੂੰ ਅਸੀਂ ਦੂਰ ਦ੍ਰਿਸ਼ਟੀ ਨਾਲ ਵੇਖ ਰਹੇ ਹਾਂ ਕਿ ਇਹ ਸੰਘਰਸ਼ ਸਾਡਾ ਕਿਹਨਾਂ ਦੇ ਖਿਲਾਫ ਆ ਤੇ ਉਹਨਾਂ ਨੂੰ ਹੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਨਾ ਕਿ ਧਰਨੇ ਦੇ ਕੇ ਤੇ ਰੋਡ ਬਲੌਕ ਕਰਕੇ ਆਮ ਪਬਲਿਕ ਨੂੰ ਤੰਗ ਕੀਤਾ ਜਾਏ, ਤੇ ਨਾ ਹੀ ਬੰਦ ਦੇ ਸੱਦੇ ਦੇ ਕੇ ਆਪਣਿਆਂ ਭੈਣਾਂ ਭਰਾਵਾਂ ਦੁਕਾਨਦਾਰਾਂ ਦੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇ। ਧੰਨਵਾਦ ਜੀ। ਮੈਂ ਇੰਦਰਪਾਲ ਸਿੰਘ ਗੁਰਦਾਸਪੁਰ ਤੋਂ। ਅਸੀਂ ਸਾਰੇ ਹੀ ਨੌਜਵਾਨਾਂ ਦੀ ਅਗਵਾਈ ਕਰ ਰਹੇ ਹਾਂ ਜੋ ਗੁਰਦਾਸਪੁਰ ਤੋਂ ਹੁਣ ਤੱਕ ਕਿਸਾਨ ਜਥੇਬੰਦੀਆਂ ਨੂੰ ਹਰ ਪ੍ਰੋਟੈਸਟ ਦੇ ਵਿੱਚ ਉਹਨਾਂ ਦਾ ਯੋਗਦਾਨ ਕਰਦੇ ਪਏ ਨੇ। ਸਾਡੇ ਨੌਜਵਾਨਾਂ ਨੇ ਪਿਛਲੀ 6 ਤਰੀਕ ਤੋਂ ਪਹਿਲਾਂ ਜੋ ਟੋਲ ਪਲਾਜ਼ਾ ਆ ਉਹ ਬੰਦ ਕਰਾਇਆ ਸੀਗਾ। ਅਮਨ ਭੱਲਾ ਦੇ ਨੇੜੇ ਇੱਕ ਕੋਟਲੀ ਪਿੰਡ ਦੇ ਵਿੱਚ ਰਿਲਾਇੰਸ ਪੰਪ ਹੈ, ਪਹਿਲਾਂ ਉੱਥੇ ਬੰਦ ਹੋਇਆ ਸੀਗਾ। ਇਹ ਜਿਹੜਾ ਪੰਪ ਸਰਨੇ ਦੇ ਨੇੜੇ ਡਾਇਰੈਕਟ ਕੰਪਨੀ ਦਾ ਵਾ, ਇੱਥੇ ਬਾਰ-ਬਾਰ ਸਾਨੂੰ ਕਿਹਾ ਜਾ ਰਿਹਾ ਸੀਗਾ ਬੰਦ ਕਰਨ ਵਾਸਤੇ। ਅੱਜ ਨੌਜਵਾਨਾਂ ਨੇ ਵੱਡਾ ਉਪਰਾਲਾ ਕੀਤਾ ਆ, ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਪੰਪ ਨੂੰ ਵੀ ਬੰਦ ਕਰਵਾਇਆ ਆ। ਅਸੀਂ ਸਾਰੇ ਹੀ ਨੌਜਵਾਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਇਹ ਸਾਰੇ ਹੀ ਜਿੱਥੇ ਮੋਰਚੇ ਲੱਗਦੇ ਰਹਿਣਗੇ, ਇਹ ਨੌਜਵਾਨ ਉੱਥੇ ਹਰ ਥਾਂ ਤੇ ਪਹੁੰਚਣਗੇ। ਹੁਣ ਅੱਗੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈਗੀ 15 ਤਰੀਕ ਨੂੰ, ਸਾਰੀ 31 ਦੀ 31 ਜਥੇਬੰਦੀਆਂ ਦੀ ਮੀਟਿੰਗ 31 ਚੰਡੀਗੜ੍ਹ ਵਿੱਚ ਹੈਗੀ ਆ। ਜੋ ਵੀ ਅੱਗੇ ਪਲਾਨ ਹੋਏਗਾ 15 ਤਰੀਕ ਤੱਕ ਘੱਟੋ ਘੱਟ ਇਹ ਧਰਨਾ ਚੱਲੇਗਾ। ਅੱਗੇ ਦੀ ਪਲਾਨ ਜੋ ਵੀ ਸੰਘਰਸ਼ ਦਾ ਚੱਲੇਗਾ ਉਹ ਜਥੇਬੰਦੀਆਂ ਦੇ ਅਨਾਉਂਸਮੈਂਟ ਜੋ ਵੀ ਹੋਏਗੀ ਉਹਦੇ ਹਿਸਾਬ ਨਾਲ ਹੀ ਚੱਲੇਗਾ। ਜੋ ਪੰਜਾਬ ਦਾ ਮੰਡੀਕਰਨ, ਜੋ ਫਸਲਾਂ ਦੇ ਝੋਨੇ ਦੀ ਫਸਲ ਜਾਂ ਕਣਕ ਦੀ ਫਸਲ ਦੇ ਜੋ ਰੇਟ ਤੈਅ ਹੋਏ ਆ, ਉਹਦਾ ਜੇ ਕਿਸਾਨਾਂ ਦੀ MSP ਟੁੱਟਦੀ ਆ ਤੇ ਉਹ ਜਿਹੜਾ ਰੇਟ ਆ ਉਹ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਨਾਲ ਹੀ ਰੇਟ ਲਾਉਣਗੀਆਂ। ਤੇ ਸਭ ਤੋਂ ਵੱਡੀ ਗੱਲ ਇਹ ਆ, ਮਰਜ਼ੀ ਨਾਲ ਰੇਟ ਲੱਗਣ ਦੇ ਬਾਵਜੂਦ ਵੀ ਜੇ ਕੁਝ ਸਟਾਰਟਿੰਗ ਦੇ ਵਿੱਚ ਜੇ ਕਹਿ ਰਹੇ ਅਸੀਂ ਜ਼ਿਮੀਂਦਾਰਾਂ ਜਾਂ ਅਸੀਂ ਖੇਤੀ ਚੁੱਕਣੀ ਆ, ਰੇਟ ਵਧੀਆ ਲਾਉਂਦੇ ਆ। ਜਿਹੜਾ ਗੰਨਾ ਸਾਡੇ ਕਿਸਾਨਾਂ ਦਾ ਰੁਲਦਾ ਪਿਆ, 2-2 ਸਾਲ ਹੋ ਗਏ ਉਹਨਾਂ ਦੀ ਪੇਮੈਂਟ ਨਹੀਂ ਆ ਰਹੀ। ਉਹਦੇ ਪਿੱਛੇ ਸਰਕਾਰ, ਉਹ ਵੀ ਤਾਂ ਸਰਕਾਰ ਦੇ ਪ੍ਰਾਈਵੇਟ ਹੀ ਆ, ਪ੍ਰਾਈਵੇਟ ਕੋਆਪਰੇਟਿਵ ਅਦਾਰਿਆਂ ਦੀਆਂ ਖੰਡ ਮਿੱਲਾਂ ਆ, ਉਹ ਕਿਉਂ ਨਹੀਂ ਪੇਮੈਂਟ ਦੇ ਰਹੀ? ਜੇ ਉਹਦਾ ਸਰਕਾਰ ਕੋਲ ਕੋਈ ਹੱਲ ਨਹੀਂ ਨਿਕਲ ਰਿਹਾ। ਅੱਜ ਸਾਡਾ ਮੰਡੀਕਰਨ ਤੋੜ ਕੇ ਜੇ ਪ੍ਰਾਈਵੇਟ ਅਦਾਰਿਆਂ ਨੂੰ ਦਿੰਦੇ ਆ, ਸਰਕਾਰ ਨੇ ਕਿੱਥੇ ਕਾਨੂੰਨ 'ਚ ਲਿਖਿਆ ਕਿ ਸਾਡੀ ਜ਼ਿੰਮੇਵਾਰੀ ਅਸੀਂ ਪੇਮੈਂਟ ਦਿਵਾਵਾਂਗੇ? ਇਸ ਕਰਕੇ ਜਿਹੜੇ ਵੀ ਇਹ ਗਲਤ ਆਰਡੀਨੈਂਸ ਆ, ਜਿਹੜੇ ਜ਼ਿਮੀਂਦਾਰਾਂ ਤੇ ਲਾਏ ਜਾ ਰਹੇ ਮਾਰੂ ਆਰਡੀਨੈਂਸ ਆ, ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਤੇ ਕਰਦੇ ਹੀ ਰਵਾਂਗੇ ਜਿੰਨਾ ਚਿਰ ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕਦੀ। ਧੰਨਵਾਦ।